ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਜੇ ਸਤਿਗੁਰ ਸਿਮਰੰਥ ਨੈਣ ਕੇ ਤਿਮਰ ਮਿਟਹਿ ਖਿਨ। ਜੇ ਸਤਿਗੁਰ ਸਿਮਰੰਥ ਹਿਰਦੈ ਹਰਿ ਨਾਮ ਦਿਨੋ ਦਿਨ। ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ। ਜੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ। ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਵਡਹੰਸ ਮਹੱਲਾ ਚੌਥਾ। ਮੇਰਾ ਹਰਿ ਪ੍ਰਭ ਸੁੰਦਰ ਮੈਂ ਸਾਰ ਨ ਜਾਣੀ। ਹਉ ਹਰਿ ਪ੍ਰਭ ਛੋੜ ਦੂਜੈ ਲੋਭਾਣੀ। ਮੇਰਾ ਹਰਿ ਪ੍ਰਭ ਸੁੰਦਰ ਮੈਂ ਸਾਰ ਨ ਜਾਣੀ। ਹਉ ਹਰਿ ਪ੍ਰਭ ਛੋੜ ਦੂਜੈ ਲੋਭਾਣੀ। ਹਉ ਕਿਉ ਕਰ ਪਿਰ ਕੋ ਮਿਲਉ ਇਆਣੀ। ਜੋ ਪਿਰ ਭਾਵੈ ਸਾ ਸੁਹਾਗਣ ਸਾਈ। ਪਿਰ ਕੋ ਮਿਲੈ ਸਿਆਣੀ ਰਹਾਉ। ਮੈਂ ਵਿੱਚ ਦੋਸ ਹਉ ਕਿਉ ਕਰ ਪਿਰ ਪਾਵਾ। ਤੇਰੇ ਅਨੇਕ ਪਿਆਰੇ ਹਉ ਪਿਰ ਚਿਤ ਨ ਆਵਾ। ਜਿਨ ਪਿਰ ਰਾਵਿਆ ਸਾ ਭਲੀ ਸੁਹਾਗਣ। ਸੇ ਮੈਂ ਗੁਣ ਨਾਹੀ ਹਉ ਕਿਆ ਕਰੀ ਦੁਹਾਗਣ। ਨਿਤ ਸੁਹਾਗਣ ਸਦਾ ਪਿਰ ਰਾਵੈ। ਮੈਂ ਕਰਮਹੀਨ ਕਬ ਹੀ ਗਲ ਲਾਵੈ। ਤੂੰ ਪਿਰ ਗੁਣਵੰਤਾ ਹਉ ਔਗਣਿਆਰਾ। ਮੈਂ ਨਿਰਗੁਣ ਬਖਸ਼ ਨਾਨਕ ਵਿਚਾਰਾ। ਤੂੰ ਪਿਰ ਗੁਣਵੰਤਾ ਹਉ ਔਗਣਿਆਰਾ। ਮੈਂ ਨਿਰਗੁਣ ਬਖਸ਼ ਨਾਨਕ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ। ਗੁਰ ਕਿਰਪਾਲ ਜਪੇ ਤਾਂ ਔਗਣ ਸਭ ਛਪੇ। ਪਾਰਬ੍ਰਹਮ ਗੁਰਦੇਵ ਨੀਚੋਂ ਉਚ ਥਪੇ। ਕਾਟ ਸਿਲਕ ਦੁਖ ਮਾਇਆ ਕਰ ਲੀਨੇ ਆਪ ਦਸੇ। ਗੁਣ ਗਾਏ ਬੇਅੰਤ ਰਸਨਾ ਹਰ ਜਸੇ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ। ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸੰਗਤ ਨੇ ਸਰਵਣ ਕੀਤੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਪਿਤਾ ਜੀ ਪੰਥ ਦੇ ਬਾਲੀ ਸਰਬੰਸਦਾਨੀ ਪਾਤਸ਼ਾਹ ਇਹਨਾਂ ਦਿਨਾਂ ਦੇ ਵਿੱਚ ਜੋ ਲਾਸਾਨੀ ਸ਼ਹਾਦਤਾਂ ਦਿੱਤੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਛੱਡ ਕੇ ਕਿਸ ਤਰ੍ਹਾਂ ਸ਼ਾਹੀ ਟਿੱਬੀ ਤੋਂ ਲੈ ਕੇ ਜੰਗ ਸ਼ੁਰੂ ਹੋਇਆ। ਸਰਸਾ ਨਦੀ ਰੋਪੜ ਤੱਕ ਜੰਗ ਹੁੰਦਾ ਰਿਹਾ। ਬੇਅੰਤ ਗੁਰੂ ਕੇ ਪਿਆਰੇ ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਗੁਰੂ ਕੀਆਂ ਸੰਗਤਾਂ ਸ਼ਹੀਦੀਆਂ ਪਾ ਗਏ। ਬਹੁਤ ਸਾਰੇ ਘੋੜੇ ਜੰਗ ਵਿੱਚ ਸ਼ਹੀਦ ਹੋ ਗਏ।
ਗੁਰੂ ਸਾਹਿਬ ਜੀ ਦਾ ਸਾਰਾ ਖਜ਼ਾਨਾ ਔਰ ਬਹੁਤ ਕੀਮਤੀ ਦੁਰਲਭ ਗ੍ਰੰਥ ਵੀ ਉਹ ਸਰਸਾ ਨਦੀ ਦੀ ਭੇਟਾ ਚੜ੍ਹ ਗਏ। ਉਹ ਜੋ ਭਾਣਾ ਵਰਤਿਆ ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਚਮਕੌਰ ਸਾਹਿਬ ਪਹੁੰਚੇ। ਚਮਕੌਰ ਸਾਹਿਬ ਦੇ ਵਿੱਚ 8 ਪੋਹ ਨੂੰ ਦੁਨੀਆ ਦਾ ਲਾਸ਼ਾਨੀ ਯੁੱਧ ਹੋਇਆ। ਸਤਿਗੁਰੂ ਜੀ ਨੇ ਆਪਣੀ ਕਲਮ ਨਾਲ ਲਿਖਿਆ ਹੈ ਕਿ 10 ਲੱਖ ਬਰਾਇਦ ਬਰੋ ਬੇਖਬਰ, 10 ਲੱਖ ਵੈਰੀ ਆ ਗਿਆ ਬਿਨਾਂ ਖਬਰ ਦਿੱਤਿਆਂ ਹੋਇਆ। 40 ਭੁੱਖੇ ਭਾਣੇ ਸਿੰਘਾਂ ਨੇ 10 ਲੱਖ ਦਾ ਮੁਕਾਬਲਾ ਕੀਤਾ ਔਰ ਪੁਰਜਾ ਪੁਰਜਾ ਕੱਟ ਮਰੈ ਕਹੂ ਨਾ ਛਾੜੈ ਖੇਤ ਦੇ ਮਾਂ ਵਾਕ ਅਨੁਸਾਰ। ਸਾਰੇ ਸਿੰਘ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ। ਕਲਗੀਧਰ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ ਵੀ ਇਸ ਜੰਗ ਵਿੱਚ, ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਆਲਮ ਸਿੰਘ ਜੀ ਵਰਗੇ ਗੜਵਈ ਸੂਰਬੀਰ ਯੋਧੇ ਇਸ ਜੰਗ ਵਿੱਚ ਸ਼ਹੀਦ ਹੋ ਗਏ। ਤੇ ਜਦੋਂ ਰਾਤ ਪਈ, ਅੱਜ ਦੇ ਦਿਨ ਮਹਾਰਾਜ 10ਵੇਂ ਪਾਤਸ਼ਾਹ ਜੀ ਸੰਧਿਆ ਹੁਤੀ ਭੀਖਣਾ ਬੋਲਤ ਬਰਿੰਦ ਗੁਮਾਏ, ਪੰਚ ਵੀਰ ਗੁਰ ਤੀਰ ਹੁਤੇ ਤਿਨ ਕਵੀ ਨਾਮ ਸੁਨਾਏ। ਕੇਵਲ 5 ਸਿੰਘ ਹੀ ਸਤਿਗੁਰਾਂ ਕੋਲ ਬਚੇ ਸਨ। ਦਇਆ ਸਿੰਘ ਅਰ ਧਰਮ ਸਿੰਘ ਜੀ, ਮਾਨ ਸਿੰਘ ਤੀਜੋ ਬਰਵੀਰ, ਸੰਗਤ ਸਿੰਘ ਸੰਤ ਸਿੰਘ ਪੰਚਮ ਤਿਨੋਂ ਬਿਠਾਇਓ ਦੇ ਕਰ ਧੀਰ। ਗੁਰਤਾ ਅਰਪਣ ਲਗੇ ਖਾਲਸੇ ਪੰਜ ਸਿੰਘ ਤੈ ਸੋਹੇ ਸਰੀਰ। ਆਪਣੀ ਗੁਰਤਾ ਗੱਦੀ ਖਾਲਸੇ ਨੂੰ ਦੇ ਕੇ 5 ਸਿੰਘਾਂ ਦੀਆਂ 3 ਪਰਿਕਰਮਾ ਕਰਕੇ ਅਰਪੇ ਸ਼ਸਤਰ ਜਿਗਾ ਅਰ ਕਲਗੀ, ਨਿਜ ਕਰਤੇ ਸਿਰ ਬੰਧਨ ਕੀਨ। ਇਹ ਬਚਨ ਕਰਤੇ ਗੁਰੂ ਖਾਲਸਾ ਖਾਲਸਾ ਗੁਰੂ, ਅਬ ਤੇ ਹੋਏ ਐਸੀ ਬਿਦ ਸ਼ੁਰੂ। ਸਾਰੀਆਂ ਪਾਵਰਾਂ ਸਾਰੀਆਂ ਸ਼ਕਤੀਆਂ ਪੰਥ ਨੂੰ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਚੋਂ ਤਾੜੀ ਮਾਰ ਕੇ ਨਿਕਲੇ ਔਰ ਮਾਛੀਵਾੜੇ ਵੱਲ ਚਾਲੇ ਪਾ ਗਏ। ਸੋ ਸਾਧ ਸੰਗਤ ਜੀ, ਅੱਜ ਉਹ ਦਿਹਾੜਾ ਹੈ। ਸੰਗਤਾਂ ਸ੍ਰੀ ਚਮਕੌਰ ਸਾਹਿਬ ਦਰਸ਼ਨ ਕਰ ਰਹੀਆਂ ਨੇ। ਬਸ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ लिए, कटाए बाप ने बच्चे जहाँ खुदा के लिए। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 10ਵੇਂ ਪਾਤਸ਼ਾਹ ਜੀ, ਉਹਨਾਂ ਵਰਗਾ ਮਹਾਂਪੁਰਸ਼ ਅਵਤਾਰੀ ਪੁਰਸ਼ ਸੰਸਾਰ ਤੇ ਨਾ ਪਹਿਲੇ ਆਇਆ ਹੈ ਨਾ ਕੋਈ ਬਾਅਦ ਵਿੱਚ ਆਵੇਗਾ। ਆਪਣੀ ਮਿਸਾਲ ਆਪ ਹੀ ਹਨ। करतार की सौगंध है नानक की कसम है, जितनी भी हो गोबिंद की तारीफ वो कम है। भाई साहब संतोख सिंह साहब जी लिखते हैं, छाए जाती एकता अनेकता बिलाए जाती, होवती कुचीलता कतेबन कुरान की। पाप ही परपक जाते धर्म तसक जाते, वर्ण गरक जाते साहित विधान की। देवी देव देवरे संतोख सिंह दूर होते, रीत मिट जाती कथा वेदन पुराण की। श्री गुरु गोबिंद सिंह पावन परम सूर, मूर्त न होती जो पै करुणा निदान की। जे बाजा वाले पातशाह ना हुंदे हिंदुस्तान का नक्शा होर होना सी। अज मोदी की थां ते कोई होर ही बैठा होना सी राज करन। औरंगजेब की औलाद ਇਹਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦੀਆਂ ਜੜ੍ਹਾਂ ਪੁੱਟੀਆਂ। ਸਾਹਿਬਜ਼ਾਦਿਆਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਜ਼ੁਲਮ ਦਾ ਨਾਸ਼ ਕੀਤਾ ਹੈ। ਸੋ ਉਹਨਾਂ ਦਿਹਾੜਿਆਂ ਨੂੰ ਆਪਾਂ ਯਾਦ ਕਰ ਰਹੇ ਹਾਂ। ਲੋੜ ਹੈ ਇਸ ਇਤਿਹਾਸ ਨੂੰ ਆਪਣੀ ਆਉਣ ਵਾਲੀ ਜਨਰੇਸ਼ਨ ਤੱਕ ਪਹੁੰਚਾਉਣਾ। ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਅਸੀਂ ਇਸ ਰੰਗ ਵਿੱਚ ਰੰਗ ਦਿਆਂਗੇ ਤੇ ਸਾਡੀ ਯਾਤਰਾ ਸਫਲ ਹੋ ਜਾਏਗੀ। ਜੇ ਅਸੀਂ ਇਸ ਕੰਮ 'ਚ ਪਿੱਛੇ ਰਹਿ ਗਏ ਤੇ ਫਿਰ ਅਸੀਂ ਗੁਰੂ ਦੇ ਦੇਣਦਾਰ ਹਾਂ। ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ, ਉਹਨਾਂ ਨੂੰ ਯਾਦ ਕਰੀਏ। ਤੇ ਆਓ ਹੁਣ ਗੁਰੂ ਸਾਹਿਬ ਜੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਵਡਹੰਸ ਰਾਗ ਵਿੱਚ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ। ਵਡਹੰਸ ਮਹੱਲਾ ਚੌਥਾ। ਚੌਥੇ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਵਡਹੰਸ ਰਾਗ ਵਿੱਚ ਪਾਵਨ ਗੁਰਬਚਨ ਉਚਾਰਨ ਕਰਦੇ ਨੇ। ਮੇਰਾ ਹਰਿ ਪ੍ਰਭ ਸੁੰਦਰ ਮੈਂ ਸਾਰ ਨ ਜਾਣੀ। ਮੇਰਾ ਵਾਹਿਗੁਰੂ ਮੇਰਾ ਪਿਆਰਾ ਅਤੀ ਸੁੰਦਰ ਹੈ। ਅੱਜ ਜਿੰਨੀ ਸੰਸਾਰ ਦੀ ਸੁੰਦਰਤਾ ਹੈ, ਭਾਵੇਂ ਉਹ ਫੁੱਲਾਂ ਦੀ ਸੁੰਦਰਤਾ ਹੈ, ਭਾਵੇਂ ਉਹ ਫਲਾਂ ਦੀ ਸੁੰਦਰਤਾ ਹੈ, ਭਾਵੇਂ ਉਹ ਬਨਸਪਤੀ ਦੀ ਸੁੰਦਰਤਾ ਹੈ, ਭਾਵੇਂ ਉਹ ਪਹਾੜਾਂ ਦੀ ਸੁੰਦਰਤਾ ਹੈ, ਭਾਵੇਂ ਉਹ ਦਰਿਆਵਾਂ ਦੀ ਸੁੰਦਰਤਾ ਹੈ, ਭਾਵੇਂ ਸਮੁੰਦਰ ਦੀ, ਭਾਵੇਂ ਧਰਤੀ ਦੀ, ਭਾਵੇਂ ਕਿਸੇ ਇਸਤਰੀ ਦਾ ਹੁਸਨ ਹੈ, ਭਾਵੇਂ ਕਿਸੇ ਨੌਜਵਾਨ ਦੇ ਚਿਹਰੇ ਦੀ ਕ੍ਰਾਂਤੀ ਹੈ। ਇਹ ਸੰਸਾਰ 'ਚ ਜਿੰਨੀ ਸੁੰਦਰਤਾ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਇੱਕ ਰੋਮ ਦੇ ਬਰਾਬਰ ਵੀ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਸੋਹਣਾ ਹੈ। ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ। ਤੇ ਉਹ ਜਿਹੜਾ ਸੋਹਣਾ ਹੈ ਨਾ, ਉਹਨੇ ਹੀ ਆਪਣੀ ਸੁੰਦਰਤਾ ਸਾਨੂੰ ਦਿੱਤੀ ਹੋਈ ਹੈ। ਉਹਦੀ ਸੁੰਦਰਤਾ ਕਿੱਥੇ ਹੈ, ਉਹਦੇ ਦਰਸ਼ਨ ਕਿੱਥੇ ਹੋਣੇ ਹੈ? ਉਹਦੀ ਕੁਦਰਤ ਵਿੱਚੋਂ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਆਤਮਾ ਦੀ ਸੱਤਾ ਹੀ ਸੁੰਦਰ ਹੈ। ਜੇ ਆਤਮਾ ਨਾ ਹੋਵੇ, ਦੁਨੀਆ ਤੇ ਕੋਈ ਵੀ ਚੀਜ਼ ਨਾ ਦ੍ਰਿਸ਼ ਹੋਵੇ, ਨਾ ਕੋਈ ਦ੍ਰਿਸ਼ਟਾ ਹੋਵੇ, ਨਾ ਕੋਈ ਸੁੰਦਰ ਹੋਵੇ, ਨਾ ਉਸ ਸੁੰਦਰ ਨੂੰ ਵੇਖਣ ਵਾਲਾ ਕੋਈ ਹੋਵੇ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਹੀ ਸਾਰਿਆਂ ਵਿੱਚ ਆਤਮ ਰੂਪ ਹੋ ਕੇ ਬਿਰਾਜਮਾਨ ਹੈ। ਜਿੱਥੇ ਉਹਦੀ ਜੋਤ ਬਿਰਾਜਮਾਨ ਹੁੰਦੀ ਹੈ, ਉੱਥੇ ਸੁੰਦਰਤਾ ਮੋਲ ਉੱਠਦੀ ਹੈ। ਸਾਹਿਬ ਬਾਣੀ 'ਚ ਫਰਮਾਨ ਕਰਦੇ ਨੇ, ਮੌਲੀ ਧਰਤੀ ਮੌਲਿਆ ਆਕਾਸ਼, ਘਟ ਘਟ ਮੌਲਿਆ ਆਤਮ ਪ੍ਰਗਾਸ। ਉਹ ਘਟ ਘਟ ਵਿੱਚ ਅਕਾਲ ਪੁਰਖ ਆਤਮਾ ਰੂਪ ਹੋ ਕੇ ਬਿਰਾਜਮਾਨ ਹੈ, ਪਰ ਸਾਨੂੰ ਉਹਦੀ ਸਾਰ ਕੋਈ ਨਹੀਂ। ਹਉਮੈ ਹੰਕਾਰ ਈਰਖਾ ਰਾਗ ਦਵੈਸ਼ 'ਚ ਫਸੇ ਹੋਏ ਹਾਂ। ਉਸ ਸੋਹਣੇ ਪ੍ਰਭੂ ਨੂੰ ਵੇਖ ਨਹੀਂ ਸਕਦੇ। ਉਹਦੀ ਸੁੰਦਰਤਾ ਤੇ ਹਰ ਜਗ੍ਹਾ ਤੇ ਦਿਸ ਰਹੀ ਹੈ, ਹਰ ਰੰਗ ਵਿੱਚ ਹੈ, ਹਰ ਰੂਪ ਵਿੱਚ ਹੈ, ਹਰ ਆਵਾਜ਼ ਵਿੱਚ ਹੈ। ਜਿੰਨੇ ਵੀ ਪੰਜ ਗਿਆਨ ਇੰਦਰੇ ਹਨ, ਪੰਜਾਂ ਗਿਆਨ ਇੰਦਰੀਆਂ ਦੁਆਰਾ ਅਸੀਂ ਬਾਹਰਲੇ ਪੰਜਾਂ ਵਿਸ਼ਿਆਂ ਨੂੰ, ਸ਼ਬਦ ਸਪਰਸ਼ ਰੂਪ ਰਸ ਗੰਧ ਨੂੰ ਗ੍ਰਹਿਣ ਕਰਦੇ ਹਾਂ। ਇਹਦੇ ਵਿੱਚ ਵਾਹਿਗੁਰੂ ਦੀ ਸੁੰਦਰਤਾ ਵੇਖੀ ਜਾ ਸਕਦੀ ਹੈ। ਜਿਵੇਂ ਆਨੰਦ ਸਾਹਿਬ ਵਿੱਚ ਮਹਾਰਾਜ ਨੇ ਨੇਤਰਾਂ ਬਾਰੇ, ਕੰਨਾਂ ਬਾਰੇ, ਰਸਨਾ ਬਾਰੇ ਬਚਨ ਕਹੇ ਨੇ ਨਾ। ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਸਰਵਣੋ ਮੇਰਿਓ ਸਾਚੈ ਸੁਨਣੈ ਨੂੰ ਪਠਾਏ, ਸਾਚੈ ਸੁਨਣੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਤੇ ਇਸੇ ਤਰ੍ਹਾਂ ਹੀ ਰਸਨਾ ਨੂੰ ਵੀ ਕਹੇ, ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਸੋ ਇਹ ਜਿਹੜੇ ਬਾਹਰ ਦੇ ਪਸਾਰੇ ਹਨ, ਇਹ ਸਾਰੇ ਅੰਦਰੋਂ ਹੀ ਅਨੁਭਵ ਹੋ ਰਹੇ ਹਨ, ਪਰ ਅਸੀਂ ਕੀਤੇ ਨਹੀਂ। ਮੇਰਾ ਹਰਿ ਪ੍ਰਭ ਸੁੰਦਰ, ਮੇਰਾ ਵਾਹਿਗੁਰੂ ਅਤੀ ਸੁੰਦਰ ਹੈ, ਅਤੀ ਸੁੰਦਰ ਹੈ। ਮੈਂ ਸਾਰ ਨਾ ਜਾਣੀ, ਮੈਂ ਆਪਣੇ ਉਸ ਪਿਆਰੇ ਵਾਹਿਗੁਰੂ ਦੀ ਸਾਰ ਨਹੀਂ ਜਾਣੀ। ਹਉ ਹਰਿ ਪ੍ਰਭ ਛੋੜ ਦੂਜੈ ਲੋਭਾਣੀ। ਮੈਂ ਆਪਣੇ ਪਿਆਰੇ ਵਾਹਿਗੁਰੂ ਜੀ ਨੂੰ, ਉਸ ਸੋਹਣਿਆਂ ਦੇ ਸਰਤਾਜ ਨੂੰ ਛੱਡ ਕੇ ਦੂਜੇ ਮਾਇਆ ਦੇ ਦੁਬਧਾ ਦੇ ਵਿੱਚ ਪੈ ਕੇ, ਕਬੀਰ ਧਰਤੀ ਔਰ ਆਕਾਸ਼ ਮੈਂ ਦੋਏ ਤੂੰ ਬਰੀ ਅਬਦ, ਖਟ ਦਰਸ਼ਨ ਸੰਸੇ ਪਰੇ ਅਰ 84 ਸਿੱਧ। ਇਹ ਦਵੈਤ ਜਿਹੜੀ ਹੈ ਨਾ, ਹਰ ਜਗ੍ਹਾ ਤੇ ਬੜੀ ਹੋਈ ਹੈ। ਦਵੈਤ ਦੀ ਜੜ ਬੜੀ ਡੂੰਘੀ ਹੈ, ਤੇ ਕਹਿੰਦੇ ਇਹਦੇ ਕਰਕੇ ਵਾਹਿਗੁਰੂ ਪਰਮਾਤਮਾ ਦੀ ਮੈਂ ਸਾਰ ਨਹੀਂ ਜਾਣ ਸਕੀ। ਦੂਜੇ ਪਾਸੇ ਲੁਭਾਏਮਾਨ ਹੋ ਗਈਆਂ। ਦੂਜਾ ਭਾਵ ਕੀ ਹੈ? ਉਸ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਨੂੰ ਛੱਡ ਕੇ ਬਾਕੀ ਜਿੱਧਰ ਵੀ ਸਾਡਾ ਧਿਆਨ ਜਾਂਦਾ, ਉਹ ਦੂਜਾ ਭਾਵ ਹੀ ਹੈ। ਆਖੋ ਸ੍ਰੀ ਵਾਹਿਗੁਰੂ। ਉਸ ਜੋਤੀ ਸਰੂਪ ਪ੍ਰਭੂ ਨੂੰ ਛੱਡ ਕੇ ਜਿੱਥੇ ਜਿੱਥੇ ਸਾਡੀ ਬਿਰਤੀ ਹੁਣ ਆਪਾਂ ਦੇਖਦੇ ਹਾਂ ਕਿੱਥੇ ਕਿੱਥੇ ਜਾ ਰਹੀ ਹੈ, ਸਾਡਾ ਧਿਆਨ ਹਮੇਸ਼ਾ ਦੂਜਿਆਂ ਤੇ ਹੁੰਦਾ ਹੈ। ਅੱਖਾਂ ਰਾਹੀਂ, ਕੰਨਾਂ ਰਾਹੀਂ, ਸੁਰਤ ਰਾਹੀਂ ਬਾਹਰ ਦੂਜੇ ਪਾਸੇ ਜਾਂਦੇ ਆ।
ਮੈਂ ਉਸ ਪ੍ਰਭੂ ਨੂੰ ਛੱਡ ਕੇ ਦੂਜੇ ਪਾਸੇ ਲੁਭਾਏਮਾਨ ਹੋ ਗਈ ਹਾਂ। ਹਉ ਕਿਉਂ ਕਰ ਫਿਰ ਕੋ ਮਿਲੋ ਇਆਣੀ। ਮੈਂ ਅਣਜਾਣ ਹਾਂ, ਮੈਨੂੰ ਗਿਆਨ ਨਹੀਂ, ਸੋਝੀ ਨਹੀਂ, ਸਮਝ ਨਹੀਂ, ਮੈਂ ਕਿਸ ਤਰ੍ਹਾਂ ਆਪਣੇ ਉਸ ਪ੍ਰਭੂ ਪਤੀ ਨੂੰ ਮਿਲ ਸਕਦੀ ਹਾਂ। ਜੋ ਪਿਰ ਭਾਵੈ ਸਾ ਸੁਹਾਗਣ, ਸਾਈ ਪਿਰ ਕੋ ਮਿਲੈ ਸਿਆਣੀ। ਮਾਰੇ ਕਹਿੰਦੇ ਜੋ ਪਿਰ ਨੂੰ ਭਾ ਜਾਂਦੀ ਹੈ ਨਾ, ਉਹੀ ਸੁਹਾਗਣ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹਾਰ ਸ਼ਿੰਗਾਰ ਕਰਕੇ ਕੋਈ ਸੁਹਾਗਣ ਨਹੀਂ ਬਣ ਜਾਂਦੀ। ਸੁਹਾਗਣ ਉਹ ਬਣਦੀ ਹੈ ਜਿਸ ਨੂੰ ਪਤੀ ਪ੍ਰਵਾਨ ਕਰ ਲਵੇ। ਸ਼ਿੰਗਾਰ ਕੀਤੇ ਹੁਣ ਪਤੀ ਪਸੰਦ ਨਾ ਕਰੇ, ਉਹ ਸ਼ਿੰਗਾਰ ਕਿਸੇ ਕੰਮ ਦੇ ਨਹੀਂ ਹੁੰਦੇ। ਤੇ ਜੇ ਸ਼ਿੰਗਾਰ ਕੀਤੇ ਪਤੀ ਨੂੰ ਭਾ ਜਾਂਦੇ ਆ, ਭਾਵੇਂ ਸਾਦਾ ਹੀ ਸ਼ਿੰਗਾਰ ਹੋਵੇ, ਨਾਮ ਹੀ ਹੋਵੇ ਸ਼ਿੰਗਾਰ, ਤੇ ਉਹ ਸੁਹਾਗਣ ਹੈ। ਸ਼ਿੰਗਾਰ ਕੀਤੇ ਨੇ ਪਤੀ ਨੂੰ ਨਹੀਂ ਭਾਉਂਦੀ, ਉਹ ਸੁਹਾਗਣ ਨਹੀਂ ਹੈ। ਸਾਈ ਫਿਰ ਕੋ ਮਿਲੈ ਸਿਆਣੀ, ਉਹੀ ਆਪਣੇ ਪਤੀ ਨੂੰ ਮਿਲਦੀ, ਉਹੀ ਸਿਆਣੀ ਹੈ। ਰਹਾਓ ਮੈਂ ਵਿੱਚ ਦੋਸ਼ ਹਾਂ, ਕਿਉਂ ਕਰ ਫਿਰ ਪਾਵਾਂ। ਵਿਸਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਨੇ, ਮੇਰੇ 'ਚ ਦੋਸ਼ ਹੀ ਇੰਨੇ ਹਨ ਕਿ ਮੈਂ ਆਪਣੇ ਵਾਹਿਗੁਰੂ ਪਤੀ ਨੂੰ ਕਿਸ ਤਰ੍ਹਾਂ ਪਾ ਲਵਾਂ। ਮੰਝ ਕੁਚਜੀ ਅਮਾਵਣ ਡੋਸੜੇ, ਹਉ ਕਿਉਂ ਸੋ ਰਾਵਣ ਜਾਉ ਜੀਓ। ਸੂਹੀ ਰਾਗ ਵਿੱਚ ਸਤਿਗੁਰੂ ਜੀ ਨੇ ਕੁਚਜੀ, ਸੁਚੱਜੀ ਤੇ ਗੁਣਵੰਤੀ ਬਾਣੀਆਂ ਉਚਾਰਨ ਕੀਤੀਆਂ ਹਨ। ਕੁਚੱਜੀ ਦਾ ਵੀ ਲੱਛਣ ਦੱਸਿਆ ਵੀ ਕੁਚੱਜੀ ਕਿਉਂ ਹੁੰਦੀ, ਜਿਹਨੂੰ ਚੱਜ ਆਚਾਰ ਨਾ ਹੋਵੇ। ਝਾੜੂ ਕਿਵੇਂ ਮਾਰਨਾ ਹੈ, ਘਰ ਦੀ ਸਫਾਈ ਕਿਵੇਂ ਕਰਨੀ ਹੈ, ਭਾਂਡੇ ਕਿਵੇਂ ਮਾਂਜਣੇ ਨੇ, ਚੁੱਲ੍ਹਾ ਚੌਂਕਾ ਕਿਵੇਂ ਕਰਨਾ ਹੈ, ਰੋਟੀ ਪ੍ਰਸ਼ਾਦਾ ਕਿਵੇਂ ਬਣਾਉਣਾ, ਬੱਚਿਆਂ ਨੂੰ ਕਿਵੇਂ ਤਿਆਰ ਕਰਨਾ, ਆਏ ਗਏ ਰਿਸ਼ਤੇਦਾਰ ਭੈਣ ਭਰਾ ਨਾਲ ਕਿਵੇਂ ਬੋਲਣਾ, ਸਮਾਜ ਵਿੱਚ ਬਰਾਦਰੀ 'ਚ ਵੱਡਿਆਂ ਛੋਟਿਆਂ ਨਾਲ ਵਰਤਣਾ ਕਿਵੇਂ ਹੈ। ਜਿਹਨੂੰ ਇਹ ਨਹੀਂ ਪਤਾ ਉਹਨੂੰ ਕਹਿੰਦੇ ਨੇ ਕੁਚੱਜੀ। ਜਿਹਨੂੰ ਇਹਨਾਂ ਗੱਲਾਂ ਦਾ ਪਤਾ ਹੋਵੇ, ਰਹਿਣੀ ਬਹਿਣੀ ਆਉਂਦੀ ਹੋਵੇ, ਉਹਨੂੰ ਕਹਿੰਦੇ ਸੁਚੱਜੀ। ਤੇ ਜਿਹਦੇ 'ਚ ਬਹੁਤ ਸਾਰੇ ਗੁਣ ਹੋ ਜਾਣ ਉਹਨੂੰ ਕਹਿੰਦੇ ਗੁਣਵੰਤੀ। ਸਤਿਗੁਰੂ ਜੀ ਨੇ ਕੁਚੱਜੀ ਦੇ ਲੱਛਣ ਪਹਿਲਾਂ ਦੱਸੇ ਹੈ, ਫਿਰ ਸੁਚੱਜੀ ਦੇ ਦੱਸੇ ਹੈ, ਤੇ ਫਿਰ ਗੁਣਵੰਤੀ ਦੇ ਦੱਸੇ ਹੈ ਸੂਹੀ ਰਾਗ ਵਿੱਚ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰੇ 'ਚ ਦੋਸ਼ ਹਨ। ਇਹ ਸਾਡੀ ਅਵਸਥਾ ਬਿਆਨ ਕਰ ਰਹੇ ਹੈ ਮਹਾਰਾਜ। ਮਹਾਂਪੁਰਸ਼ਾਂ ਦੀ ਰੀਤੀ ਹੁੰਦੀ ਹੈ ਕਿ ਉਹ ਜੀਵ ਦੀ ਜਿਹੜੀ ਅੰਦਰਲੀ ਗੰਢ ਹੈ ਨਾ, ਉਹ ਖੋਲ੍ਹਣ ਲਈ ਆਪਣੀ ਅਵਸਥਾ ਉੱਦਾਂ ਦੀ ਬਣਾ ਕੇ ਦੱਸ ਦਿੰਦੇ ਹਨ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ, ਕਹੋਂ ਕਹਾਂ ਆਪਣੀ ਅਦਮਾਈ, ਉਰਜਿਓ ਕਨਕ ਕਾਮਨੀ ਕੇ ਰਸ, ਨਹਿ ਕੀਰਤ ਪ੍ਰਭ ਗਾਈ। ਜਗ ਝੂਠੇ ਕੋ ਸਾਜ ਜਾਣ ਕੈ, ਤਾਸਿਓ ਰੁਚ ਉਪਜਾਈ। ਦੀਨ ਬੰਧ ਸਿਮਰਿਓ ਨਹੀਂ ਕਬੂ, ਹੋਤ ਜੋ ਸੰਗ ਸਹਾਈ। ਉਹ ਮਹਾਰਾਜ ਨੇ ਇਹ ਤਾਂ ਨਹੀਂ ਵੀ ਉਹਨਾਂ ਦੀ ਆਪਣੀ ਅਵਸਥਾ ਸੀਗੀ, ਉਹਨਾਂ ਨੇ ਸਾਡੀ ਅਵਸਥਾ ਬਿਆਨ ਕੀਤੀ ਆਪਣੇ ਸ਼ਬਦਾਂ 'ਚ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਂ ਵਿੱਚ ਦੋਸ਼, ਮੇਰੇ 'ਚ ਬੜੇ ਦੋਸ਼ ਹਨ। ਕਿਉਂ ਕਰ ਫਿਰ ਪਾਵਾਂ, ਮੈਂ ਕਿਵੇਂ ਆਪਣੇ ਪਤੀ ਨੂੰ ਪ੍ਰਾਪਤ ਕਰ ਸਕਦੀ ਹਾਂ। ਤੇਰੇ ਅਨੇਕ ਪਿਆਰੇ, ਹਉ ਫਿਰ ਚਿਤ ਨ ਆਵਾ। ਹੇ ਵਾਹਿਗੁਰੂ, ਇੱਕ ਤੋਂ ਇੱਕ ਚੜ੍ਹੰਦੀਆਂ, ਕੌਣ ਜਾਣੈ ਮੇਰਾ ਨਾਮ ਜੀ। ਤੇਰੀਆਂ ਸੁਹਾਗਣਾਂ ਤਾਂ ਤੇਰੇ ਪਿਆਰੇ ਤਾਂ ਇੱਕ ਤੋਂ ਇੱਕ ਚੜ੍ਹਦੇ ਹਨ। ਇੱਕ ਤੋਂ ਇੱਕ ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ। ਇਹ ਸਤੋਗੁਣੀ ਬਿਰਤੀ ਵਾਲੇ ਮਹਾਤਮਾ ਦੀ ਅਵਸਥਾ ਹੈ। ਇਸ ਪੌੜੀ ਦੇ ਵਿੱਚ ਸਾਰੇ ਮਹਾਂਪੁਰਸ਼ਾਂ ਬਾਰੇ ਦੱਸਿਆ। ਅਗਲੀ ਪੌੜੀ 'ਚ ਨੀਚਾਂ ਦਾ ਵਿਚਾਰ ਦੱਸਿਆ। ਨਾਨਕ ਨੀਚ ਕਹਿ ਵਿਚਾਰ। ਉਹ ਕੀ ਹੈ? ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ। ਸੋ ਜਿਹੜੇ ਜਪੀ ਤਪੀ ਹਨ, ਪਰਮੇਸ਼ਰ ਦੇ ਪਿਆਰੇ ਹਨ, ਅਨੇਕਾਂ ਹੀ ਹਨ, ਅਸੰਖ ਹੀ ਹਨ, ਗਿਣੇ ਨਹੀਂ ਜਾ ਸਕਦੇ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ। ਤੇਰੇ ਅਨੇਕ ਪਿਆਰੇ, ਹਉ ਫਿਰ ਚਿਤ ਨ ਆਵਾਂ। ਮੈਂ ਕਿਸੇ ਗਿਣਤੀ 'ਚ ਹੀ ਨਹੀਂ। ਮੇਰੇ ਕੋਲ ਨਾ ਜਪ ਨਾ ਤਪ, ਜਪ ਤਪ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਹੇ ਵਾਹਿਗੁਰੂ, ਮੈਂ ਤੇਰੇ ਚਿੱਤ ਆਉਂਦੀ ਨਹੀਂ। ਜਿਨ ਪਿਰ ਰਾਵਿਆ, ਸਾ ਭਰੀ ਸੁਹਾਗਣ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਜਿਨ੍ਹਾਂ ਨੇ ਆਪਣੇ ਪਿਰ ਪਰਮਾਤਮਾ ਵਾਹਿਗੁਰੂ ਨੂੰ ਰਾਵਿਆ ਭਾਵ ਪ੍ਰਾਪਤ ਕਰ ਲਿਆ ਹੈ, ਉਹ ਸੁਹਾਗਣਾ ਹਨ। ਉਹਨਾਂ ਮਹਾਂਪੁਰਸ਼ਾਂ ਦੀ ਵਡਿਆਈ, ਜਿਵੇਂ ਮਹਾਰਾਜ ਕਹਿੰਦੇ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕੀਤੀ ਹੈ ਸਤਿਯੁਗ ਤੋਂ ਲੈ ਕੇ ਅੱਜ ਤੱਕ, ਉਹਨਾਂ ਦਾ ਨਾਂ ਸੂਰਜ ਚੰਦਰਮਾ ਦੀ ਤਰ੍ਹਾਂ ਅਟਲ ਹੈ। ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਜੀ ਲਿਖਦੇ ਨਾ, ਧਰੂ ਅਟਲ ਅਜਹੂ ਨਾ ਟਰਿਓ। ਧਰੂ ਭਗਤ ਕਹਿੰਦੇ ਅਜੇ ਵੀ ਅਟਲ ਹੈ। ਭਗਤੀ ਕੀਤੀ ਪਰਮੇਸ਼ਰ ਦੀ, ਸਭ ਤੋਂ ਪਹਿਲਾ ਭਗਤ ਧਰੂ ਨੂੰ ਮੰਨਿਆ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਵੀ ਜਦੋਂ ਭਗਤਾਂ ਦੀ ਕਥਾ ਲਿਖੀ ਹੈ ਨਾ, ਸਭ ਤੋਂ ਪਹਿਲਾਂ ਧਰੂ ਨੂੰ ਲਿਖਿਆ ਹੈ। ਗੁਰਬਾਣੀ ਵਿੱਚ ਵੀ ਮਹਾਰਾਜ ਨੇ ਉਹਨਾਂ ਦੀ ਮਿਸਾਲ ਦਿੱਤੀ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਤੇ ਭਾਈ ਗੁਰਦਾਸ ਜੀ ਵੀ ਕਥਾ ਲਿਖਦੇ, ਪਹਿਲਾਂ ਸਭ ਤੋਂ ਲਿਖਿਆ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਮਤਰੇਈ ਮਾਂ ਨੇ ਬਾਹੋਂ ਫੜ ਕੇ ਪਿਓ ਦੀ ਗੋਦੀ ਚੋਂ ਖਿੱਚ ਲਿਆ, ਧਰੂ ਲਿਆ। ਕਹਿਣ ਲੱਗੀ, ਜੇ ਪਿਓ ਦੀ ਗੋਦੀ 'ਚ ਬਹਿਣ ਦਾ ਇੰਨਾ ਸ਼ੌਂਕ ਸੀ, ਮੇਰੀ ਕੁੱਖ ਤੋਂ ਜਨਮ ਲੈਣਾ ਸੀ। ਰੋਂਦਾ ਰੋਂਦਾ ਡੁੱਡੋ ਲਿਕਾ ਮਾਂ ਪੁੱਛੈ, ਰੋਂਦਾ ਰੋਂਦਾ ਢਕੋਰੇ ਲੈਂਦਾ ਮਾਂ ਨੂੰ ਪੁੱਛਦਾ, ਮਾਂ ਤੂੰ ਸਵਾਣੀ ਹੈ ਕਿ ਸਰੀਤਾ, ਤੂੰ ਰਾਣੀ ਹੈ ਕਿ ਨੌਕਰਾਣੀ ਹੈ? ਉਹ ਕਹਿਣ ਲੱਗੀ, ਪੁੱਤਰ ਸਵਾਣੀ ਹਾਂ ਜਨਮ ਦੀ, ਰਾਜਿਆਂ ਦੇ ਘਰ ਜੰਮੀਆਂ, ਰਾਜਿਆਂ ਦੇ ਘਰ ਵਿਆਹੀਆਂ ਰਾਣੀ ਆ। ਫਿਰ ਮਾਂ ਤੇਰੇ ਨਾਲ ਇਹ ਵਿਤਕਰਾ ਕਿਉਂ ਹੈ? ਰਾਜੇ ਹੋ ਕੇ ਵੀ ਲੋਕ ਸੁਖੀ ਨਹੀਂ ਹੁੰਦੇ। ਆਪਾਂ ਵੀ ਸਾਧ ਸੰਗਤ ਜੀ ਇਹ ਸੋਚ ਕੇ ਅਮਰੀਕਾ ਆਏ ਸੀ ਵੀ ਸੁਖੀ ਹੋਵਾਂਗੇ, ਪਰ ਹੋਏ ਕੋਈ ਨਹੀਂ। ਮਾਫ ਕਰਨਾ, ਆਪਣਾ ਤਾਂ ਇਹ ਅਨੁਭਵ ਹੈ, ਜ਼ਿਆਦਾ ਦੁਖੀ ਆ। ਕੋਸ਼ਿਸ਼ ਬੰਦਾ ਕਰਦਾ ਅੱਗੇ ਸੁਖੀ ਹੋਵਾਂਗੇ, ਕੱਲ ਨੂੰ ਮੈਂ ਸੁਖੀ ਹੋ ਜਾਵਾਂਗਾ, ਪਰਸੋਂ ਮੈਂ ਠੀਕ ਹੋ ਜਾਵਾਂਗਾ, ਸੈਟਿਸਫਾਈ ਹੋ ਜਾਵਾਂਗਾ, ਨਹੀਂ ਹੁੰਦਾ। ਉਹਦਾ ਕਾਰਨ ਉੱਥੇ ਧਰੂ ਜੀ ਦੀ ਇੱਕੋ ਗੱਲ ਮਾਂ ਪੁੱਤਰ ਦੀ ਹੋ ਰਹੀ ਹੈ। ਪੁੱਛਦੇ, ਤੂੰ ਕਿਉਂ ਦੁਖੀ ਹੈ? ਰਾਣੀ ਹੋ ਕੇ ਵੀ ਦੁਖੀ ਹੈ? ਕਹਿੰਦੇ ਹਾਂ। ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਨਾਮ ਨਹੀਂ ਜਪਿਆ, ਭਗਤੀ ਨਹੀਂ ਕੀਤੀ, ਇਸ ਕਰਕੇ ਦੁਖੀ। ਮਾਂ ਇਹੋ ਜਿਹਾ ਰਾਜ, ਇਹੋ ਜਿਹਾ ਕੋਈ ਸਿਸਟਮ ਜਿੱਥੇ ਸੌਖੀ ਹੋਵੇ, ਕੋਈ ਦੁਸ਼ਮਣ ਨਾ ਹੋਵੇ, ਆਨੰਦ ਹੀ ਹੋਵੇ। ਉਹ ਸਵਾਲ ਬੜਾ ਕਮਾਲ ਦਾ ਹੈ, ਕਿਸ ਉਦਮ ਤੇ ਰਾਜ ਮਿਲੇ? ਕਿਹੜੇ ਉਦਮ ਨਾਲ ਰਾਜ ਮਿਲੇਗਾ? ਸ਼ਤਰੂ ਤੇ ਸਭ ਹੋਵਣ ਮੀਤਾ, ਸ਼ਤਰੂ ਨਾ ਕੋਈ ਰਵੇ, ਕਿਉਂਕਿ ਰਾਜਿਆਂ ਦੇ ਦੁਸ਼ਮਣ ਤਾਂ ਬੜੇ ਹੁੰਦੇ। ਰਾਜਿਆਂ ਦੇ ਤਾਂ ਘਰ ਵਾਲੇ ਹੀ ਦੁਸ਼ਮਣ ਹੁੰਦੇ। ਪੁੱਤਰ ਵੀ ਕਹਿੰਦੇ ਵੀ ਬਾਪੂ ਮਰੇ ਤੇ ਰਾਜਾ ਮੈਂ ਬਣ ਜਾ। ਵਜ਼ੀਰ ਕਹਿੰਦਾ ਰਾਜਾ ਮਰ ਜੇ ਤੇ ਰਾਜ ਮੈਨੂੰ ਮਿਲ ਜੇ। ਕਈ ਵਾਰੀ ਰਾਣੀ ਵੀ ਆਪਣੇ ਘਰ ਵਾਲੇ ਨੂੰ ਗੱਡੀ ਚਾੜ ਦਿੰਦੀ ਹੈ ਤੇ ਆਪ ਰਾਜ ਸੰਭਾਲ ਲੈਂਦੀ ਹੈ। ਜਿਨ੍ਹਾਂ ਦੇ ਆਲੇ ਦੁਆਲੇ ਸੱਪ ਹੀ ਸੱਪ ਡੰਗ ਮਾਰਨ ਨੂੰ ਫਿਰਦੇ ਨੇ, ਉਹ ਬੰਦੇ ਕਦੀ ਸੁੱਖ ਦੀ ਨੀਂਦ ਸੌਂ ਸਕਦੇ ਆ? ਰਾਜਿਆਂ ਨੂੰ ਜਿੰਨੀ ਚਿੰਤਾ ਹੁੰਦੀ, ਇੰਨੀ ਆਮ ਆਦਮੀ ਨੂੰ ਨਹੀਂ ਹੁੰਦੀ। ਕਹਿੰਦੇ ਇਹੋ ਜਿਹਾ ਰਾਜ ਹੋਵੇ ਵੀ ਸ਼ਤਰੂ ਤੇ ਸਭ ਹੋਵਣ ਮੀਤਾ, ਦੁਸ਼ਮਣ ਨਾ ਕੋਈ ਹੋਵੇ, ਮਿੱਤਰ ਹੋਣ ਸਾਰੇ। ਉਹਨੇ ਆਖਿਆ, ਹਾਂ ਪੁੱਤਰ, ਇੱਕ ਹੈ ਤਰੀਕਾ, ਪਰਮੇਸ਼ਰ ਆਰਾਧੀ ਹੈ। ਉਸ ਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਆਰਾਧਨਾ ਕਰੀਏ, ਉਹਦਾ ਨਾਮ ਜਪੀਏ, ਉਹਦੇ ਨਾਲ ਜੁੜ ਜਾਈਏ, ਤੇ ਫਿਰ ਸ਼ਤਰੂ ਮਿੱਤਰ ਬਣ ਜਾਂਦੇ ਆ। ਸਾਰੇ ਦੁੱਖ ਸੁੱਖ ਦਾ ਰੂਪ ਧਾਰਨ ਕਰ ਜਾਂਦੇ ਆ। ਪਰਮੇਸ਼ਰ ਆਰਾਧਿਆ ਜਿੱਦੂ ਹੋਈਆ ਪਤਿਤ ਪੁਨੀਤਾ, ਪਤਿਤ ਗਿਰੇ ਹੋਏ ਪਾਪੀ ਬੰਦੇ ਵੀ ਪਵਿੱਤਰ ਦੇਵਤੇ ਬਣ ਜਾਂਦੇ ਹਨ, ਜਿਸ ਵਾਹਿਗੁਰੂ ਪਰਮੇਸ਼ਰ ਦੀ ਨਾਮ ਦੀ ਇਤਨੀ ਕਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਿਨ ਪਿਰ ਰਾਵਿਆ ਸਾ ਭਲੀ ਸੁਹਾਗਣ। ਜਿਨ੍ਹਾਂ ਨੇ ਵਾਹਿਗੁਰੂ ਨੂੰ ਰਾਵਿਆ ਹੈ, ਉਹ ਸਦਾ ਹੀ ਸੋਭਨੀਕ ਹਨ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਉਹਨਾਂ ਦਾ ਸੁਹਾਗ ਸਦਾ ਹੀ ਕਾਇਮ ਹੈ। ਸੇ ਮੈਂ ਗੁਣ ਨਾਹੀ, ਹਉ ਕਿਆ ਕਰੀ ਦੁਹਾਗਣ। ਮੇਰੇ ਵਿੱਚ ਉਹ ਗੁਣ ਨਹੀਂ ਹਨ, ਮੇਰੇ ਵਿੱਚ ਉਹ ਗੁਣ ਨਹੀਂ ਹਨ। ਮੈਂ ਕੀ ਕਰ ਸਕਦੀ ਹਾਂ? ਮੈਂ ਦੁਹਾਗਣ ਦਵੈਤ ਦੀ ਅਗਨੀ 'ਚ ਸੜ ਰਹੀ ਹਾਂ। ਦੁਹਾਗਣ ਜੋ ਦਵੈਤ ਦੀ ਅਗਨੀ 'ਚ ਸੜਦੀ, ਦੂਜੇ ਪਾਸੇ ਜਿਨ੍ਹਾਂ ਨੂੰ ਦੂਜਿਆਂ ਦੀ ਝਾਕ ਹੈ, ਉਹਨੂੰ ਦੁਹਾਗਣ ਕਹਿੰਦੇ ਆ।
ਮੈਂ ਦੁਆਗਣਾ ਕਿਉਂਕਿ ਮੈਨੂੰ ਇਸ ਸੰਸਾਰ ਦੀ ਪਰਵਾਹ ਹੈ, ਮੈਨੂੰ ਇਸ ਦੁਨੀਆ ਦੀ, ਇਸ ਸ੍ਰਿਸ਼ਟੀ ਦੀ, ਇਸ ਪਸਾਰੇ ਦੀ ਪਰਵਾਹ ਹੈ, ਤੇ ਮੈਨੂੰ ਵਾਹਿਗੁਰੂ ਨਾਲ ਅਜੇ ਪ੍ਰੇਮ ਨਹੀਂ ਪਿਆ। ਨਿਤ ਸੁਹਾਗਣ ਸਦਾ ਪਿਰ ਰਾਵੈ। ਮਹਾਰਾਜ ਸਾਹਿਬ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਉਹ ਸਦਾ ਹੀ ਸੁਹਾਗਣਾ ਨੇ, ਨਿਤ ਹੀ ਸੁਹਾਗਣਾ ਨੇ, ਸਦਾ ਹੀ ਆਪਣੇ ਪਿਰ ਵਾਹਿਗੁਰੂ ਨੂੰ ਰਾਵਦੀਆਂ, ਭਾਵ ਪ੍ਰਾਪਤ ਕਰਦੀਆਂ ਹਨ। ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੈ। ਉਹ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗੀਆਂ ਰਹਿੰਦੀਆਂ ਹਨ। ਮੈਂ ਕਰਮਹੀਣ ਕਬ ਹੀ ਗਲ ਲਾਵੈ। ਤੇ ਮੈਂ ਕਰਮਾਂ ਤੋਂ ਹੀਣੀ ਹਾਂ, ਕਦੀ ਵਾਹਿਗੁਰੂ ਕਿਰਪਾ ਕਰੇ, ਕਦੀ ਗਲ ਨਾ ਲਾ ਲਵੇ। ਇਹ ਉਹਦੀ ਵਡਿਆਈ ਹੋਵੇਗੀ, ਮੇਰੇ ਗੁਣ ਨਹੀਂ ਹਨ। ਨਾ ਮੈਂ ਕੋਈ ਗੁਣ ਵਾਲੀ ਹਾਂ, ਨਾ ਮੇਰੇ 'ਚ ਗੁਣ ਆਇਆ ਨਾ ਆਵੇਗਾ। ਮੈਂ ਹਰ ਤਰ੍ਹਾਂ ਨਾਲ ਨੀਵੀਂ ਹਾਂ, ਰੂਪਹੀਣ ਬੁੱਧ ਬਲਹੀਨੀ, ਮੋਹ ਪਰਦੇਸਨ ਦੂਰ ਤੇ ਆਈ। ਨਾਹਨ ਦਰਬ ਨਾ ਜੋਬਨ ਮਾਤੀ, ਮੋਹ ਅਨਾਥ ਕੀ ਕਰੋ ਸਮਾਈ। ਕਦੀ ਕਿਰਪਾ ਕਰੇਗਾ, ਸਭ ਸੁਹਾਗਣ ਮਾਣੈ ਰਲੀਆਂ। ਇੱਕ ਦੇਵੋ ਰਾਤ ਮੁਰਾਰੀ, ਇੱਕ ਘੜੀ ਇੱਕ ਪਲ ਮੈਨੂੰ ਵੀ ਬਖਸ਼ੋ ਮਹਾਰਾਜ। ਤੂੰ ਫਿਰ ਗੁਣਵੰਤਾ ਹਉ ਔਗਣਿਆਰਾ। ਹੇ ਵਾਹਿਗੁਰੂ, ਤੂੰ ਮੇਰਾ ਪਤੀ, ਗੁਣਾਂ ਦਾ ਖਜ਼ਾਨਾ, ਤੂੰ ਸਾਰੇ ਗੁਣਾਂ ਦਾ ਖਜ਼ਾਨਾ, ਤੇ ਮੈਂ ਔਗਣਾਂ ਨਾਲ ਭਰਿਆ ਹੋਇਆ। ਮੈਂ ਨਿਰਗੁਣ ਬਖਸ਼ ਨਾਨਕ ਵਿਚਾਰਾ। ਮੈਂ ਨਿਰਗੁਣ ਜੀਵ, ਤੂੰ ਸਰਬ ਗੁਣਾਂ ਦਾ ਮਾਲਕ। ਪਰਮੇਸ਼ਰ ਸਰਗੁਣ ਹੈ, ਜੀਵ ਨਿਰਗੁਣ ਹੈ। ਉਹ ਸਾਰੇ ਗੁਣਾਂ ਦਾ ਮਾਲਕ, ਸਾਰੇ ਗੁਣ ਉਹਦੇ ਵਿੱਚ ਹਨ। ਉਹ ਜਿਹੜੇ ਜਿਹੜੇ ਗੁਣਾਂ ਦੀ ਅਸੀਂ ਕਲਪਨਾ ਕਰ ਲਈਏ, ਉਹੀ ਗੁਣ ਵਾਹਿਗੁਰੂ ਵਿੱਚ ਮੌਜੂਦ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਕਤਹੂ ਸੁਚੇਤ ਹੋਇ ਕੈ ਚੇਤਨਾ ਕੋ ਚਾਰ ਕੀਓ। ਕਤਹੂ ਅਚਿੰਤ ਹੋਇ ਕੈ ਸੋਵਤ ਅਚੇਤ ਹੋ। ਕਤਹੂ ਭਿਖਾਰੀ ਹੋਇ ਕੈ ਮੰਗਤ ਫਿਰਤ ਭੀਖ। ਕਹੂੰ ਮਹਾਦਾਨ ਹੋਇ ਕੈ ਮੰਗਿਓ ਧਨ ਦੇਤ ਹੋ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ। ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ। ਕਹੂੰ ਵੇਦ ਰੀਤ, ਕਹੂੰ ਤਿਰਗੁਣ ਅਤੀਤ, ਕਹੂੰ ਸਰਗੁਣ ਸਮੇਤ ਹੋ। ਕਹੂੰ ਵੇਦ ਰੀਤ, ਕਹੂੰ ਤਾਸਿਓ ਵਿਪਰੀਤ। ਕਹੂੰ ਤਿਰਗੁਣ ਅਤੀਤ, ਕਹੂੰ ਸਰਗੁਣ ਸਮੇਤ ਹੋ। ਕਹੂੰ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ। कहूँ दानमान को गुमान मत देत हो। कहूँ इंद्र राजा को मृत इंद्र पदवी सी। कहूँ इंद्र पदवी छिपाए छीन लेत हो। इतने आश्चर्य कौतुकां दा मालक है। सारे ही गुण दे विच हन, सारे ही गुण हन। मैं औगणा दा भरिया होया, मेरे च औगण ही औगण है। कामी क्रोधी चातुरी बाजी कर बेकाम। निंदा करते जन्म सिरायो, कहूँ न सिमरियो नाम। मेरी ये हालत है। मैनू निर्गुणियारे नूं बख्श लै। महाराज साहब जी बड़ी भावना नाल, मैं निर्गुण बख्श नानक विचारा। मैं तेरे दास, तेरा दास नानक, कोई चारा नहीं, कोई जोर नहीं। जोर न सुरती ज्ञान विचार, जोर न जुगती छुटै संसार। सब तेरा जोर है मेरे वाहिगुरु, किरपा कर। ये पावन बचन गरीब नवाज सतगुरु रामदास साहब जी महाराज चौथे पातशाह उच्चारण कीते। गुरु किरपा करे साडे हिरदे च वसन। भुलां चुकां दी खिमा। फतेह बुलाओ। वाहिगुरू जी का खालसा, वाहिगुरू जी की फतेह।